ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਤੀਜਾ। ਅਨ ਰਸ ਮਹਿ ਬੋਲਾਇਆ ਬਿਨ ਨਾਮੈ ਦੁਖ ਪਾਏ। ਹੇ ਮਨਾ, ਤੂੰ ਅਨ ਕੀਏ ਹੋਰ ਭਾਵ ਦਵੈਤ ਦੇ ਰਸਾਂ ਸਵਾਦਾਂ ਸ਼ਬਦ ਸਪਰਸ਼ ਰੂਪ ਰਸ ਗੰਧ ਵਿੱਚ ਆਪਣੇ ਜੀਵਨ ਨੂੰ ਭੁਲਾ ਛੱਡਿਆ ਹੈ, ਜਿਸ ਕਰਕੇ ਤੂੰ ਨਾਮ ਤੋਂ ਬਗੈਰ ਜੰਮਣ ਮਰਨ ਰੂਪ ਦੁੱਖ ਕਸ਼ਟ ਹੀ ਪਾਵੇਂਗਾ। ਸਤਿਗੁਰ ਪੁਰਖ ਨ ਭੇਟਿਓ ਜੇ ਸੱਚੀ ਬੂਝ ਬੁਝਾਏ। ਕਿਉਂਕਿ ਤੂੰ ਪੂਰਨ ਸਤਿਗੁਰਾਂ ਨੂੰ ਮਿਲਿਆ ਨਹੀਂ, ਜਿਹੜੇ ਤੈਨੂੰ ਸੱਚੀ ਪ੍ਰੇਮਾ ਭਗਤੀ ਦੀ ਬੂਝ ਸਮਝ ਭਾਵ ਸਿੱਖਿਆ ਬੁਝਾਏ ਸਮਝਾ ਦਿੰਦੇ। ਏ ਮਨ ਮੇਰੇ ਬਾਵਲੇ ਹਰ ਰਸ ਚਖ ਸਾਧ ਪਾਏ। ਹੇ ਮੇਰੇ ਬਾਵਲੇ ਕਮਲੇ ਪਾਗਲ ਮਨਾ, ਵਾਹਿਗੁਰੂ ਦੇ ਨਾਮ ਰਸ ਨੂੰ ਮਾਣ ਕੇ ਭਾਵ ਧਾਰਨ ਕਰਕੇ ਤੂੰ ਰਸਦਾਇਕ ਆਤਮਕ ਆਨੰਦ ਨੂੰ ਪਾ ਲਵੇਂਗਾ। ਅਨ ਰਸ ਲਾਗਾ ਤੂੰ ਫਿਰ ਹੈ ਬਿਰਥਾ ਜਨਮ ਗਵਾਏ। ਰਹਾਉ ਆਤਮ ਆਨੰਦ ਨੂੰ ਛੱਡ ਕਰਕੇ ਹੋਰ ਭਾਵ ਦਵੈਤ ਦੇ ਰਸਾਂ ਵਿਸ਼ਿਆਂ ਦੇ ਰਸਾਂ ਵਿੱਚ ਲੱਗਾ ਹੋਇਆ ਤੂੰ 84 ਲੱਖ ਜੂਨਾਂ ਵਿੱਚ ਤੁਰਿਆ ਫਿਰਦਾ ਹੈ ਅਤੇ ਮਨੁੱਖਾ ਜਨਮ ਨੂੰ ਬੇਅਰਥ ਹੀ ਗਵਾ ਰਿਹਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਇਸ ਯੁੱਗ ਮਹਿ ਗੁਰਮੁਖ ਨਿਰਮਲੇ ਸਚ ਨਾਮ ਰਹਿ ਲਿਵ ਲਾਏ। ਇਸ ਕਲਯੁਗ ਦੇ ਸਮੇਂ ਵਿੱਚ ਉਹ ਗੁਰਮੁਖ ਨਿਰਮਲੇ ਉਜਲੇ ਹਨ, ਜੋ ਹਰ ਵਕਤ ਸੱਚੇ ਨਾਮ ਵਿੱਚ ਲਿਵ ਬਿਰਤੀ ਲਾ ਕਰਕੇ ਰਹਿੰਦੇ ਹਨ। ਜਿਵੇਂ ਰਾਤ ਭਾਵੇਂ ਕਿੰਨੀ ਕਾਲੀ ਹੋਵੇ ਤਾਂ ਵੀ ਦੁੱਧ ਆਦਿ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ ਹਨ, ਇਸੇ ਪ੍ਰਕਾਰ ਭਾਵੇਂ ਕਲਯੁਗ ਕਿੰਨੀ ਕਾਲੀ ਬੋਲੀ ਰਾਤ ਵਾਲਾ ਹੋਵੇ, ਗੁਰਮੁਖ ਉਜਲੇ ਹੀ ਰਹਿੰਦੇ ਹਨ। ਵਿਣ ਕਰਮਾ ਕਿਛ ਪਾਈਐ ਨਾਹੀ, ਵਿਣ ਕਰਮਾ ਕਿਛ ਪਾਈਐ ਨਹੀਂ, ਕਿਆ ਕਰ ਕਹਿਆ ਜਾਏ। ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬਿਨਾਂ ਨਿਸ਼ਕਾਮ ਕਰਮਾਂ ਤੋਂ ਬਗੈਰ ਕੁਝ ਵੀ ਨਹੀਂ ਪਾਈਦਾ। ਕੀ ਕਰਕੇ ਭਾਵ ਕਿਹਾ ਜਾਵੇ ਕਿ ਕਰਮਾਂ ਤੋਂ ਬਿਨਾਂ ਵੀ ਕੁਝ ਪਾਇਆ ਜਾਂਦਾ ਹੈ। ਆਪ ਪਛਾਣਹਿ ਸ਼ਬਦ ਮਰਹਿ ਮਨੋ ਤਜ ਵਿਕਾਰ। ਮਨੋ ਕਹੀਏ ਹਿਰਦੇ ਚੋਂ ਵਿਕਾਰ ਕਾਮ ਕ੍ਰੋਧ ਲੋਭ ਮੋਹ ਆਦਿ ਵਿਸ਼ਿਆਂ ਨੂੰ ਛੱਡ ਦੇਵੇ ਅਤੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਮਰ ਜਾਵੇ ਤਾਂ ਆਪਣੇ ਸਰੂਪ ਨੂੰ ਪਛਾਣ ਸਕਦਾ ਹੈ। ਜਿਵੇਂ ਦਰਿਆ ਦੇ ਹੜ੍ਹ ਚੜ੍ਹੇ ਵਿੱਚੋਂ ਪੁਰਖ ਭੱਜ ਕੇ ਨਿਕਲ ਜਾਵੇ, ਅੱਗ ਵਿੱਚੋਂ ਭੱਜ ਕੇ ਨਿਕਲ ਜਾਵੇ, ਕਿਸੇ ਬਿਪਤਾ ਵਿੱਚੋਂ ਨਿਕਲ ਕੇ ਭੱਜ ਜਾਵੇ, ਇਸੇ ਤਰ੍ਹਾਂ ਜੇ ਜੀਵ ਗੁਰਸਰਣ ਆਈ ਭੱਜ ਪਏ ਬਖਸ਼ੇ ਬਖਸ਼ਣਹਾਰ। ਸੰਸਾਰ ਨੂੰ ਦੁੱਖ ਰੂਪ ਜਾਣ ਕੇ ਭੱਜ ਦੌੜ ਕੇ ਸਤਿਗੁਰਾਂ ਦੀ ਸਰਣਾਈ ਓਟ ਵਿੱਚ ਪੈ ਜਾਵੇ ਤਾਂ ਬਖਸ਼ਣਹਾਰ ਬਖਸ਼ਣ ਵਾਲੇ ਗੁਰੂ ਸਾਹਿਬ ਜੀ ਔਗਣਾਂ ਨੂੰ ਬਖਸ਼ ਲੈਂਦੇ ਹਨ। ਬਿਨ ਨਾਵੈ ਸੁਖ ਨ ਪਾਈਐ ਨਾ ਦੁੱਖ ਵਿੱਚ ਹੋ ਜਾਏ। ਨਾਮ ਜਪੇ ਤੋਂ ਬਗੈਰ ਆਤਮਕ ਸੁਖ ਆਨੰਦ ਨਹੀਂ ਪਾਈਦਾ ਅਤੇ ਨਾ ਹੀ ਹਿਰਦੇ ਵਿੱਚ ਅੰਦਰੋਂ ਅਗਿਆਨ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਜਾਂਦਾ। ਇਹੋ ਜਗ ਮਾਇਆ ਮੋਹ ਵਿਆਪਿਆ ਦੂਜੈ ਭਰਮ ਭੁਲਾਏ। ਇਹ ਸਾਰਾ ਜਗ ਸੰਸਾਰ ਮਾਇਆ ਧਨ ਦੇ ਮੋਹ ਸਨੇਹ ਵਿੱਚ ਵਿਆਪਿਆ ਫਸਿਆ ਹੋਇਆ ਦਵੈਤ ਭਾਵ ਕਰਕੇ ਭਰਮ ਭੁਲੇਖਿਆਂ ਦੇ ਵਿੱਚ ਭੁੱਲਣ ਵਿੱਚ ਆ ਰਿਹਾ। ਦੁਹਾਗਣੀ ਪਿਰ ਕੀ ਸਾਰ ਨ ਜਾਣਹੀ, ਕਿਆ ਕਰ ਕਰਹਿ ਸੀਗਾਰ। ਦੁਹਾਗਣੀ ਕਹੀਏ ਖੋਟੇ ਕਰਮਾਂ ਵਾਲੀਆਂ ਮਨਮੁਖ ਰੂਪ ਇਸਤਰੀਆਂ ਪਿਰ ਪਤੀ ਅਕਾਲ ਪੁਰਖ ਦੀ ਖਬਰ ਸਾਰ ਤਾਂ ਜਾਣਦੀਆਂ ਹੀ ਨਹੀਂ। ਜਪ ਤਪ ਆਦ ਸਾਧਨਾ ਰੂਪੀ ਸ਼ਿੰਗਾਰ ਕਰਕੇ ਕੀ ਕਰਨਗੀਆਂ। ਅਨ ਦਿਨ ਸਦਾ ਜਲ ਦੀਆ ਫਿਰਹਿ ਸੇਜੈ ਰਵੈ ਨ ਪਧਾਰ। ਉਹ ਅਨ ਦਿਨ ਰਾਤ ਦਿਨ ਵਿਛੋੜੇ ਰੂਪ ਰਸਾਂ ਕਸਾਂ ਦੀ ਅਗਨੀ ਵਿੱਚ ਹਮੇਸ਼ਾ ਹੀ ਸੜਦੀਆਂ ਫਿਰਦੀਆਂ ਹਨ। ਉਹ ਅੰਤਸ਼ਕਰਨ ਰੂਪੀ ਸੇਜਾ ਉੱਤੇ ਪਧਾਰ ਕਹੀਏ ਪਤੀ ਪਰਮੇਸ਼ਰ ਦੇ ਆਨੰਦ ਨੂੰ ਨਹੀਂ ਰਵੈ ਮਾਣ ਸਕਦੀਆਂ, ਪਤੀ ਦੇ ਆਨੰਦ ਨੂੰ ਰਵੈ ਉਚਾਰਨ ਨਹੀਂ ਕਰ ਸਕਦੀਆਂ
ਕਿਉਂਕਿ ਉਹਨਾਂ ਦੇ ਪਰਮੇਸ਼ਰ ਆ ਸਾਖਿਆ ਧੋਰਿਆ, ਭਾਵ ਗੁਪਤ ਹੋ ਰਿਹਾ। ਸੁਹਾਗਣੀ ਮਹਿਲ ਪਾਇਆ, ਵਿੱਚ ਹੋ ਆਪ ਗਵਾਏ। ਸੁਹਾਗਣੀ ਕਹੀਏ, ਸੁਹਾਗਣਾ ਭਾਵ ਮਹਾਤਮਾ ਰੂਪ ਸਖੀਆਂ ਨੇ ਹਿਰਦੇ ਅੰਦਰੋਂ ਹੀ ਆਪਾ ਭਾਵ ਗਵਾ ਕੇ ਪਤੀ ਪਰਮੇਸ਼ਰ ਦੇ ਮਹਿਲ ਸਰੂਪ ਨੂੰ ਪਾ ਲਿਆ ਹੈ। ਗੁਰ ਸਬਦੀ ਸੀ ਗਾਰੀਆ, ਆਪਣੇ ਸਹਿ ਲਈਆ ਮਿਲਾਏ। ਜੋ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਨ ਰੂਪ ਸ਼ਿੰਗਾਰ ਨਾਲ ਸ਼ਿੰਗਾਰੀਆਂ ਹੋਈਆਂ, ਉਹ ਸਹਿ ਪਤੀ ਭਾਵ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਈਆਂ, ਅਭੇਦ ਕਰ ਲਈਆਂ ਹਨ। ਮਰਣਾ ਮਨੋਂ ਵਿਸਾਰਿਆ, ਮਾਇਆ ਮੋਹ ਗੁਬਾਰ। ਮਨਮੁਖ ਰੂਪ ਦੁਹਾਗਣਾ ਨੇ ਧਨ ਸੰਪਤੀ ਦੇ ਮੋਹ ਸਨੇਹ ਰੂਪ ਬਹੁਤੇ ਗੁਬਾਰ ਹਨੇਰੇ ਕਰਕੇ ਮਨੋਂ ਚਿੱਤ ਚੋਂ ਮਰਣਾ ਮੌਤ ਨੂੰ ਉੱਕਾ ਹੀ ਵਿਸਾਰਿਆ, ਭੁਲਾ ਛੱਡਿਆ ਹੈ। ਮਨਮੁਖ ਮਰ ਮਰ ਜੰਮਹਿ ਭੀ ਮਰਹਿ, ਜਮ ਦਰ ਹੋਹਿ ਖੁਆਰ। ਮਨਮੁਖ ਪਰਮੇਸ਼ਰ ਵੱਲੋਂ ਮਰ ਰਹੇ ਹਨ, ਫਿਰ ਮੌਤ ਦੇ ਮਾਰੇ ਵੀ ਮਰਦੇ ਹਨ, ਅਤੇ ਵਾਸ਼ਨਾ ਦੇ ਬੱਧੇ ਜੰਮਦੇ ਹਨ, ਬਹੁੜੋ ਫਿਰ ਮਰਹਿ ਮਰਦੇ ਹਨ। ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਅਤੇ ਮਰ ਕੇ ਜਮਾਂ ਦੇ ਦੁਆਰੇ 'ਤੇ ਵੀ ਖੁਆਰ ਕੀਏ ਖਰਾਬ ਹੁੰਦੇ ਆ। ਆਪ ਮਿਲਾਏ ਅਨ ਸੇ ਮਿਲੇ, ਗੁਰ ਸ਼ਬਦ ਵਿਚਾਰ। ਜੋ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦੇ ਹਨ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਸਰੂਪ ਨਾਲ ਮਿਲਾਇਆ ਹੈ, ਭਾਵ ਮੇਲ ਲਿਆ। ਫਿਰ ਉਹ ਪਰਮੇਸ਼ਰ ਨਾਲ ਮਿਲੇ ਹਨ, ਅਭੇਦ ਹੋ ਜਾਂਦੇ ਹਨ। ਨਾਨਕ ਨਾਮ ਸਮਾਣੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਅੰਮ੍ਰਿਤ ਨਾਮ ਵਿੱਚ ਸਮਾਣੇ ਕਹੀਏ ਸਮਾਏ ਹਨ, ਉਹ ਲੋਕ ਪਰਲੋਕ ਵਿੱਚ ਉਜਲੇ ਪਵਿੱਤਰ ਮੁਖ ਵਾਲੇ ਅਤੇ ਉਸ ਸੱਚੇ ਨਾਮੀ ਦੇ ਸੱਚਖੰਡ ਸਾਧ ਸੰਗਤ ਰੂਪੀ ਸੱਚੇ ਦਰਬਾਰ ਵਿੱਚ ਵੀ ਉਜਲੇ ਮੁਖ ਵਾਲੇ ਹਨ। ਸੋ ਇੱਥੇ ਤੀਸਰੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਅਸ਼ਟਪਦੀਆਂ ਸਮਾਪਤ ਹਨ। ਇੱਥੋਂ ਤੱਕ ਜੋ ਅੰਕਾਂ ਦਾ ਵੇਰਵਾ ਹੈ, ਉਹ ਅਸ਼ਟਪਦੀਆਂ ਮਹੱਲੇ ਪਹਿਲੇ ਦੀਆਂ 22 ਆਈਆਂ ਹਨ, ਅਸ਼ਟਪਦੀਆਂ ਮਹੱਲੇ ਤੀਜੇ ਦੀਆਂ 15 ਆਈਆਂ ਹਨ। ਇਹਨਾਂ ਦਾ ਕੁੱਲ ਜੋੜ 37 ਬਣਿਆ ਹੈ। ਸੋ ਅੱਗੇ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ। ਆਸਾ ਮਹੱਲਾ ਪੰਜਵਾ, ਅਸ਼ਟਪਦੀਆਂ, ਘਰ ਦੂਜਾ। ਜਿਸ ਵਕਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਸਤਿਗੁਰਾਂ ਤੋਂ ਬਾਅਦ 1638 ਬਿਕਰਮੀ ਭਾਦਰੋਂ ਸੁਦੀ ਦੂਜ, ਇਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਬਹੁਤ ਆਬਾਦ ਕੀਤਾ। ਉਸ ਵੇਲੇ ਬਹੁਤੀ ਆਬਾਦੀ ਨੂੰ ਰੱਜ ਕਰਕੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਸਣ ਦੀ ਖੁਸ਼ੀ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ। ਆਸਾ ਰਾਗ ਵਿੱਚ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਘਰ ਦੂਸਰੇ ਸੁਰਤਾਲ ਵਿੱਚ ਅਸ਼ਟਪਦੀਆਂ ਦੀ ਬਾਣੀ ਦਰਜ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪੰਚ ਮਨਾਏ ਪੰਚ ਰਸਾਏ, ਪੰਚ ਵਸਾਏ ਪੰਚ ਗਵਾਏ। ਜੋ ਸਤਸੰਗੀ ਪੰਜ ਮਹਾਤਮਾ ਜਨ ਸ੍ਰੇਸ਼ਟ ਪੁਰਖ ਸਨ, ਉਹਨਾਂ ਨੂੰ ਤਾਂ ਮਨਾਏ ਮਨਾਉਣਾ ਕੀਤਾ ਹੈ। ਜੋ ਆਪਣੇ ਆਪ ਨੂੰ ਪੰਚ ਚੌਧਰੀ ਭਾਵ ਮੁਖੀ ਬਣੇ ਹੋਏ ਸਨ, ਉਹਨਾਂ ਨੂੰ ਰਸਾਏ ਕੀਏ ਰਸਾਉਣਾ ਕੀਤਾ ਹੈ। ਜੋ ਸਤਸੰਗੀ ਪੰਚ ਮੁਖੀ ਸਨ, ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਸਾਏ ਵਸਾਉਣਾ ਕੀਤਾ ਹੈ। ਜੋ ਪ੍ਰਿਥੀਏ ਵਰਗੇ ਪੰਚ ਮੁਖੀ ਬਣੇ ਫਿਰਦੇ ਸੀ, ਉਹ ਅੰਮ੍ਰਿਤਸਰ ਨੂੰ ਗਵਾਏ ਗਵਾ ਕੇ ਹੇਰੀ ਜਾ ਆਬਾਦ ਹੋਏ। ਜੋ ਕੁਸੰਗੀ ਆਦਮੀ ਪੰਚ ਚੌਧਰੀ ਬਣੇ ਹੋਏ ਸਨ, ਉਹਨਾਂ ਨੂੰ ਅੰਮ੍ਰਿਤਸਰ ਸਾਹਿਬ 'ਚੋਂ ਗਵਾਏ ਗਵਾ ਭਾਵ ਉਠਾ ਦਿੱਤਾ। ਇਨ ਬਿਦ ਨਗਰ ਵੁੱਠਾ ਮੇਰੇ ਭਾਈ। ਹੇ ਮੇਰੇ ਭਾਈ ਭਰਾਵੋ, ਇਨ ਬਿਦ ਇਸ ਬਿਦ ਤਰੀਕੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਸ਼ਹਿਰ ਵੁੱਠਾ ਕਹੀਏ ਵਸਿਆ ਹੈ। ਦੁਰਤ ਗਿਆ ਗੁਰ ਗਿਆਨ ਦਿਰੜਾਈ ਰਹਾਉ।
ਸਤਿਗੁਰੂ ਸਾਹਿਬ ਜੀ ਨੇ ਐਸਾ ਗਿਆਨ ਦ੍ਰਿੜਾਈ ਪੱਕਾ ਕਰਾਇਆ, ਜਿਸ ਕਰਕੇ ਸਾਰੇ ਦੁਰਤ ਪਾਪ ਚਲੇ ਗਏ, ਨਿਵਰਤ ਹੋ ਗਏ। ਜਦੋਂ ਸਤਿਗੁਰਾਂ ਨੇ ਹਿਰਦੇ ਵਿੱਚ ਅਪਰੋਖ ਗਿਆਨ ਦ੍ਰਿੜਾਈ ਪੱਕਾ ਕਰਵਾ ਦਿੱਤਾ, ਤਾਂ ਦੁਰਤ ਦੋ ਨਾਮ ਦਵੈਤ ਵਿੱਚ ਰਤ ਪ੍ਰੀਤੀ ਕਰਨ ਵਾਲਾ ਸੁਭਾਅ ਚਲਿਆ ਗਿਆ। ਰਹਾਉ, ਜਿਵੇਂ ਨਗਰਾਂ ਦੇ ਆਲੇ ਦੁਆਲੇ ਭਾਵ ਖੇਤਾਂ ਦੇ ਆਲੇ ਦੁਆਲੇ ਫਸਲ ਦੀ ਰੱਖਿਆ ਲਈ ਵਾੜ ਹੁੰਦੀ, ਇਸੇ ਪ੍ਰਕਾਰ ਹਿਰਦੇ ਰੂਪੀ ਨਗਰ ਦੇ ਆਲੇ ਦੁਆਲੇ ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਾਚ ਧਰਮ ਕੀ ਕਰ ਦੀਨੀ ਵਾਰ, ਸਥੂਲ ਕਾਰਨ ਸੂਖਮ ਦੇਹ ਦਾ ਅਭਿਮਾਨ ਛੱਡਣਾ, ਸਾਬਤ ਸੂਰਤ ਰੱਖਣੀ, ਅੰਮ੍ਰਿਤ ਵੇਲੇ ਨਾਮ ਦਾਨ ਇਸ਼ਨਾਨ ਦੇ ਸਹਿਤ ਹੋਣਾ, ਇਹ ਸੱਚਾ ਧਰਮ ਧਾਰਨ ਕਰਨ ਦੀ ਹਿਰਦੇ ਰੂਪੀ ਨਗਰ ਨੂੰ ਵਾੜ ਕਰ ਦਿੱਤੀ ਹੈ। ਜਿਵੇਂ ਵਾੜ ਵਿੱਚ ਫੜੇ ਫਾਟਕ ਹੁੰਦੇ ਹਨ, ਫਾਟਕਾਂ ਨੂੰ ਬੰਦ ਕਰਨ ਲਈ ਕੁੰਡਾ ਹੁੰਦਾ ਕਿ ਕੋਈ ਪਸ਼ੂ ਆਦਿ ਨਾ ਵੜੇ, ਇਸੇ ਪ੍ਰਕਾਰ ਫਰਹੇ ਮੋਹਕਮ ਗੁਰ ਗਿਆਨ ਵਿਚਾਰ। ਗੁਰੂ ਸਾਹਿਬ ਜੀ ਨੇ ਹਿਰਦੇ ਨੂੰ ਮੋਹ ਰੂਪੀ ਪਸ਼ੂ ਤੋਂ ਬਚਾਉਣ ਲਈ ਮੋਹਕਮ ਮਜ਼ਬੂਤ ਫਰਹੇ ਫਾਟਕ ਭਾਵ ਫੜੇ ਲਾਏ, ਅਤੇ ਗੁਰੂ ਸਾਹਿਬ ਜੀ ਦਾ ਗਿਆਨ ਵਿਚਾਰਨ ਰੂਪ ਕੁੰਡਾ ਲੱਗਿਆ ਹੋਇਆ। ਗੁਰੂ ਸਾਹਿਬ ਜੀ ਦੇ ਪਰੋਖ ਅਪਰੋਖ ਗਿਆਨ ਦੀ ਵਿਚਾਰ ਕਰਨ ਰੂਪ ਮਜ਼ਬੂਤ ਫਰਹੇ ਫੜਾ ਫਾਟਕ ਲੱਗਿਆ ਹੋਇਆ, ਕਿ ਕੋਈ ਭੇਦਵਾਦੀ ਪਸ਼ੂ ਆ ਕੇ ਸ਼ੁਭ ਗੁਣਾਂ ਦੀ ਖੇਤੀ ਨੂੰ ਚਰ ਨਾ ਜਾਵੇ। ਨਾਮ ਖੇਤੀ ਬੀਜੋ ਭਾਈ ਮੀਤ, ਸੌਦਾ ਕਰੋ ਗੁਰ ਸੇਵੋ ਨੀਤ। ਹੇ ਮੇਰੇ ਮੀਤ ਸੱਜਣੋ ਮਿੱਤਰੋ, ਦੈਵੀ ਸੰਪਦਾ ਦੇ ਸਹਿਤ ਮਨ ਬਾਣੀ ਸਰੀਰ ਤੇ ਚੇਤਨ ਦੀ ਅੰਸ਼ ਹੋਣੇ ਕਰਕੇ ਭਾਈ ਭਰਾਵੋ, ਇਸ ਸਰੀਰ ਰੂਪੀ ਨਗਰ ਵਿੱਚ ਨਾਮ ਰੂਪੀ ਖੇਤੀ ਬੀਜਣਾ ਕਰੋ। ਪਰਮੇਸ਼ਰ ਦਾ ਨਾਮ ਸ਼ਰਵਣ ਕਰਨਾ ਪੈਲੀ ਦੀ ਨਿਆਈ ਹੈ, ਬੀਜੋ ਬੀਜਣਾ ਮੰਨਣ ਦੀ ਨਿਆਈ ਹੈ। ਇਸ ਕਰਕੇ ਨਿਤਾ ਗੁਰੂ ਸਤਿਗੁਰਾਂ ਦੀ ਮਨੁੱਖਾ ਜਨਮ ਵਿੱਚ ਸੇਵੋ ਟਹਿਲ ਕਰਕੇ ਨਾਮ ਰੂਪੀ ਸੌਦਾ ਖਰੀਦਣਾ ਕਰੋ, ਭਾਵ ਨਾਮ ਜਪਣ ਜਪਾਉਣ ਰੂਪ ਵਾਪਾਰ ਕਰੋ। ਸਾਤ ਸਹਿਜ ਸੁਖ ਕੇ ਸਭ ਹਾਟ, ਸਾਹ ਵਾਪਾਰੀ ਏਕੈ ਥਾਟ। ਸਤ ਸੰਗਤ ਕਰਨ ਵਾਲੇ ਸਤ ਸੰਗੀਆਂ ਦੇ ਹਿਰਦੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਹਟਾ ਕਰਕੇ ਜੋ ਅੰਤਹਿਕਰਨ ਵਿੱਚ ਸ਼ੁਭ ਗੁਣ ਧਾਰਨ ਕਰਨੇ ਹਨ, ਇਹ ਸਾਰੇ ਸੁਤੇ ਸਿੱਧ ਹੀ ਸ਼ਾਂਤੀ ਤੇ ਆਤਮਿਕ ਸੁਖ ਆਨੰਦ ਦੇ ਹਟ ਬਣ ਗਏ ਆ। ਇੱਥੇ ਸ਼ਾਹੂਕਾਰ ਰੂਪ ਸਤਿਗੁਰੂ ਤੇ ਵਪਾਰੀ ਵਣਜ ਕਰਨ ਵਾਲੇ ਸਿੱਖ ਦਾ ਇੱਕੋ ਹੀ ਥਾਟ ਕਹੀਏ ਥਾਂ ਹੈ। ਜੇ ਜੀਆ ਡੰਨ ਕੋ ਲਏ ਨ ਜਗਾਤ, ਸਤਿਗੁਰ ਕਰ ਦੀਨੀ ਧੁਰ ਕੀ ਛਾਪ। ਉਹਨਾਂ ਨੂੰ ਨਾ ਕੋਈ ਕਾਮ ਕ੍ਰੋਧ ਆਦਿਕਾਂ ਦਾ ਜੇਜੀਆ ਟੈਕਸ, ਨਾ ਹੀ ਕੋਈ ਲੋਕ ਦੰਡ ਪਿੱਤਰ ਦੰਡ ਦੇਵ ਦੰਡ ਲੱਗਦਾ ਹੈ, ਨਾ ਹੀ ਜਮਦੂਤ ਉਹਨਾਂ ਤੋਂ ਕੋਈ ਕਰਮਾਂ ਧਰਮਾਂ ਦਾ ਜਗਾਤ ਕਹੀਏ ਮਸੂਲ ਲੈਂਦਾ ਹੈ। ਜਿਨ੍ਹਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਧੁਰ ਆਦ ਮੁੱਢ ਤੋਂ ਭਗਤੀ ਦੀ ਛਾਪ ਮੋਹਰ ਲਾ ਦਿੱਤੀ, ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਰੂਪ ਮੋਹਰ ਲੱਗ ਗਈ ਹੈ, ਉਹ ਪਾਤਸ਼ਾਹੀ ਮਾਲ ਬਣ ਗਏ ਹਨ। ਵਖਰ ਨਾਮ ਲਦ ਖੇਪ ਚਲਾਵੋ, ਲੈ ਲਾਹਾ ਗੁਰਮੁਖ ਘਰ ਆਵੋ। ਹੇ ਗੁਰ ਸਿੱਖੋ, ਲਾਭਦਾਇਕ ਵਖਰ ਸੌਦਾ ਪਰਮੇਸ਼ਰ ਦਾ ਨਾਮ ਹੈ। ਇਸ ਨਾਮ ਦੀ ਖੇਪ ਪੂੰਜੀ ਨੂੰ ਅੰਤਹਿਕਰਨ ਰੂਪੀ ਗੱਡੇ ਤੇ ਲੱਦ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸਤੇ ਵੱਲ ਨੂੰ ਚਲਾਉਣਾ ਕਰੋ। ਇਉਂ ਮੁਖੀ ਗੁਰਾਂ ਦੁਆਰਾ ਬ੍ਰਹਮਾਨੰਦ ਦਾ ਲਾਭ ਲੈ ਕੇ ਆਪਣੇ ਸਰੂਪ ਰੂਪੀ ਗ੍ਰਹਿ ਵਿੱਚ ਆਉਣਾ ਕਰੋ। ਸੱਚਖੰਡ ਰੂਪੀ ਅੰਤਰ ਮੁਖ ਤੁਰਿਆ ਪਦ ਰੂਪੀ ਘਰ ਵਿੱਚ ਆਉਣਾ ਕਰੋ। ਸਤਿਗੁਰ ਸਾਹੁ ਸਿਖਵਣ ਜਾਰੇ, ਪੂੰਜੀ ਨਾਮ ਲੇਖਾ ਸਾਚ ਸੰਭਾਰੇ। ਸਤਿਗੁਰੂ ਜੀ ਨਾਮ ਰੂਪੀ ਸੱਚੀ ਪੂੰਜੀ ਦੇ ਸੱਚੇ ਸ਼ਾਹੂਕਾਰ ਹਨ। ਗੁਰਸਿੱਖ ਨਾਮ ਦੇ ਵਪਾਰੀ ਵਣਜਾਰੇ ਹਨ। ਨਾਮ ਰੂਪੀ ਪੂੰਜੀ ਰਾਸ ਸ਼ਰਧਾ ਕਰਕੇ ਪ੍ਰਾਪਤ ਹੁੰਦੀ, ਅਤੇ ਹਿਰਦੇ ਵਿੱਚ ਸੱਚ ਨਾਮ ਨੂੰ ਸੰਭਾਲਣਾ ਇਹ ਲੇਖਾ ਹਿਸਾਬ ਕਿਤਾਬ ਹੈ। ਗਿਆਨ ਰੂਪ ਸੌਦੇ ਦੀ ਨਾਮ ਰੂਪ ਪੂੰਜੀ ਭਾਵ ਸਰਮਾਇਆ ਹੈ, ਅਤੇ ਸੱਚੇ ਨੂੰ ਸੰਭਾਰੇ ਯਾਦ ਕਰਨਾ ਇਹੋ ਹੀ ਲੇਖਾ ਹਿਸਾਬ ਕਿਤਾਬ ਹੈ। ਸੋ ਵਸੈ ਇਤ ਘਰ ਜਿਸ ਗੁਰ ਪੂਰਾ ਸੇਵ, ਅਬਚਲ ਨਗਰੀ ਨਾਨਕ ਦੇਵ। ਉਹ ਇਸ ਸਰੂਪ ਰੂਪੀ ਘਰ ਵਿੱਚ ਗ੍ਰਹਿ ਵਿੱਚ ਵਸਦਾ ਹੈ,
ਜਿਸ ਨੇ ਪੂਰਨ ਸਤਿਗੁਰੂ ਜੀ ਦੇ ਦਰ ਘਰ ਦੀ ਸੇਵ ਟਹਿਲ ਕੀਤੀ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਅੰਮ੍ਰਿਤਸਰ ਸਾਹਿਬ ਦੀ ਅਬਚਲ ਕਹੀਏ ਅਚਲ ਨਗਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੀ ਹੈ। ਦੇਵ ਪ੍ਰਕਾਸ਼ ਸਰੂਪ ਬ੍ਰਹਮ ਦੀ ਅਬਚਲ ਅਚਲ ਸਰੂਪ ਰੂਪੀ ਨਗਰੀ ਹੈ। ਅਬਚਲ ਨਗਰੀ ਸਤਸੰਗ ਨਗਰੀ ਦੇਵ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਹੈ। ਮਨੁੱਖਾ ਦੇਹ ਰੂਪੀ ਨਗਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਹੈ। ਆਸਾਵਰੀ ਮਹੱਲਾ ਪੰਜਵਾ ਘਰ ਤੀਜਾ। ਆਸਾਵਰੀ ਰਾਗਣੀ ਵਿੱਚ ਮਹੱਲਾ ਪੰਜਵਾ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੀਸਰੇ ਘਰ ਸੁਰਤਾਲ ਵਿੱਚ ਅਸ਼ਟਪਦੀ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਮੇਰੇ ਮਨ ਹਰਸਿਓ ਲਾਗੀ ਪ੍ਰੀਤ। ਹੇ ਭਾਈ ਮੇਰੇ ਮਨ ਦੀ ਅਕਾਲ ਪੁਰਖ ਨਾਲ ਪ੍ਰੀਤ ਲੱਗੀ ਹੋਈ ਆ। ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਹਾਉ। ਜਿਹੜੇ ਸਤ ਸੰਗਤ ਨਾਲ ਮਿਲ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ, ਉਹਨਾਂ ਕੋਲ ਸੰਸਾਰ ਦੀ ਕਲਿਆਣ ਵਾਲੀ ਨਿਰਮਲ ਉਜਲ ਸੱਚੀ ਰੀਤ ਮਰਿਆਦਾ ਹੈ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ। ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ। ਹੇ ਪਰਮੇਸ਼ਰ ਸਾਨੂੰ ਆਪ ਜੀ ਦੇ ਦਰਸ਼ਨ ਦੀਦਾਰ ਦੀ ਘਣੀ ਬਹੁਤੀ ਪਿਆਸ ਚਾਹਣਾ ਭਾਵ ਇੱਛਾ ਲੱਗੀ ਹੋਈ। ਇਸ ਕਰਕੇ ਅਨੇਕ ਪ੍ਰਕਾਰ ਤਰ੍ਹਾਂ ਨਾਲ ਚਿਤਵਤ ਕਹੀਏ ਚਿਤਵਦੇ ਰਹਿੰਦੇ ਹਾਂ। ਕਰੋ ਅਨੁਗ੍ਰਹ ਪਾਰ ਬ੍ਰਹਮ ਹਰ ਕਿਰਪਾ ਧਾਰ ਮੁਰਾਰ। ਹੇ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਪਰਮੇਸ਼ਰ ਵਾਹਿਗੁਰੂ ਮੇਰੇ ਉੱਪਰ ਅਨੁਗ੍ਰਹ ਕਿਰਪਾ ਦ੍ਰਿਸ਼ਟੀ ਕਰੋ। ਜਿਵੇਂ ਹੇ ਮੁਰਾਰ ਮੁਰ ਦੈਂਤ ਦੇ ਆਰੀ ਹਰੀ ਤੂੰ ਹੋਰਨਾਂ ਭਗਤਾਂ ਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਦੇ ਹੋ। ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗ। ਸਾਡਾ ਇਹ ਮਨ ਜੀਵ ਪਰਦੇਸੀ ਮੁਸਾਫਰ ਦੀ ਨਿਆਈ 84 ਲੱਖ ਜੂਨਾਂ ਵਿੱਚ ਭਟਕਦਾ ਹੁਣ ਮਨੁੱਖਾ ਸਰੀਰ ਵਿੱਚ ਆਇਆ ਹੈ ਅਤੇ ਮਨੁੱਖਾ ਜਨਮ ਵਿੱਚ ਲਾਭ ਲੈਣ ਲਈ ਸਾਧੂ ਦੇ ਸੰਗ ਨਾਲ ਮਿਲਿਆ ਹੈ, ਭਾਵ ਸਤ ਸੰਗਤ ਨਾਲ ਮਿਲਿਆ ਹੈ। ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾਮਹਿ ਰੰਗ। ਜਿਸ ਲਾਭਦਾਇਕ ਵਖਰ ਸੌਦੇ ਨੂੰ ਚਾਹੁੰਦਾ ਸੀ ਉਹ ਆਤਮਾ ਆਨੰਦ ਰੂਪੀ ਵਸਤੂ ਨਾਮ ਵਿੱਚ ਰੰਗ ਪ੍ਰੇਮ ਕਰਕੇ ਪਾਉਣਾ ਕੀਤੀ ਹੈ। ਜੇਤੇ ਮਾਇਆ ਰੰਗ ਰਸ ਬਿਨ ਸਜਾਹੇ ਖਿਨ ਮਾਹੇ। ਜਿਤਨੇ ਮਾਇਆ ਦੇ ਰੰਗ ਕੌਤਕ ਕੇ ਰਸ ਰਸਦਾਇਕ ਪਦਾਰਥ ਹਨ, ਇਹ ਖਿਨ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਬਿਨ ਸਜਾਣ ਵਾਲੇ ਨਾਸ਼ ਹੋ ਜਾਣੇ ਹਨ। ਇਸ ਲਈ ਭਗਤ ਰਤੇ ਤੇਰੇ ਨਾਮ ਸਿਓ ਸੁਖ ਪੁੰਚਹਿ ਸਭ ਠਾਏ। ਹੇ ਵਾਹਿਗੁਰੂ ਭਗਤ ਜਨ ਤੁਹਾਡੇ ਨਾਮ ਨਾਲ ਰਤੇ ਰੰਗੇ ਹੋਏ, ਜਿਸ ਕਰਕੇ ਸਾਰੀਆਂ ਥਾਵਾਂ ਭਾਵ ਲੋਕ ਪ੍ਰਲੋਕ ਵਿੱਚ ਸੁੱਖਾਂ ਨੂੰ ਪੁੰਚਹਿ ਭੋਗਦੇ ਹਨ। ਸਭ ਜਗ ਚਲਤੋ ਪੇਖੀਐ ਨਿਹਚਲ ਹਰ ਕੋ ਨਾਉ। ਇਹ ਸਾਰਾ ਸੰਸਾਰ ਪੈਦਾ ਹੋਣ ਵਾਲਾ ਤੇ ਨਾਸ਼ ਹੋਣ ਵਾਲਾ ਚੱਲਦਾ ਦੇਖੀਦਾ ਹੈ, ਭਾਵ ਨਾਸ਼ਵੰਤ ਦਿਖਾਈ ਦਿੰਦਾ ਹੈ। ਅਚਲ ਰਹਿਣ ਵਾਲਾ ਇੱਕ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੀ ਹੈ। ਕਰ ਮਿਤਰਾਈ ਸਾਧ ਸਿਓ ਨਿਹਚਲ ਪਾਵਹਿ ਠਾਉ। ਸਤਿਗੁਰੂ ਕਿਰਪਾ ਕਰਦੇ, ਇਸ ਲਈ ਹੈ ਜੀਵ ਤੂੰ ਸੰਤਾਂ ਨਾਲ ਮਿੱਤਰਤਾ ਕਰ। ਜੇ ਤੂੰ ਨਾਮ ਦੇ ਨਾਲ ਪ੍ਰੇਮ ਪਾਉਣਾ ਹੈ ਤਾਂ ਸਾਧ ਸੰਗਤ ਦੇ ਨਾਲ ਮਿੱਤਰਤਾ ਕਰ, ਜਿਸ ਕਰਕੇ ਤੂੰ ਨਿਹਚਲ ਅਚਲ ਤੁਰਿਆ ਪਦ ਰੂਪੀ ਥਾਂ ਨੂੰ ਪਾ ਲਵੇਂਗਾ। ਮੀਤ ਸਾਜਨ ਸੁਤ ਬੰਦ ਪਾ। ਮੀਤ ਸਾਜਨ ਸੁਤ ਬੰਦ ਪਾ ਕੋ ਹੋਤ ਨ ਸਾਥ। ਮਿੱਤਰ ਸਾਜਨ ਸੱਜਣ ਸੁਤ ਪੁੱਤਰ ਤੇ ਬੰਦ ਪਾ ਸੰਬੰਧੀ ਆਦ, ਇਹਨਾਂ ਵਿੱਚੋਂ ਕੋਈ ਵੀ ਜੀਵ ਦਾ ਪਰਲੋਕ ਵਿੱਚ ਸਾਥੀ ਨਹੀਂ ਹੁੰਦਾ। ਏਕ ਨਿਵਾਹੂ RAM ਨਾਮ ਦੀਨਾ ਕਾ ਪ੍ਰਭਨਾਥ। ਇੱਕ ਰਾਮ ਪਰਮੇਸ਼ਰ ਦਾ ਨਾਮ ਹੀ ਜੀਵ ਦੇ ਨਾਲ ਸਿਰ ਤੋੜ ਤੱਕ ਨਿਭਾਉਣ ਵਾਲਾ ਹੈ। ਜੋ ਪਰਮੇਸ਼ਰ ਦੀਨਾ ਗਰੀਬਾਂ ਦਾ ਨਾਥ ਸੁਆਮੀ ਮਾਲਕ ਹੈ। ਚਰਨ ਕਮਲ ਬੋਹਿਤ ਭਏ ਲਗ ਸਾਗਰ ਤਰਿਓ ਤੇਹ।
ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਚਰਨ ਕਮਲ ਬੋਹਿਤ ਜਹਾਜ਼ ਦੀ ਨਿਆਈ ਪ੍ਰਾਪਤ ਹੋਏ ਹਨ, ਉਹ ਤਿਸ ਕਹੀਏ ਉਹਨਾਂ ਨਾਲ ਚਰਨਾਂ ਨਾਲ ਲੱਗ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਏ। ਜਿਨ੍ਹਾਂ ਨੂੰ ਤੇ ਸਨੇਹ ਕਰਕੇ ਲੱਗ ਲਗਨ ਨਾਲ ਬੋਹਿਤ ਜਹਾਜ਼ ਰੂਪ ਸਤਿਗੁਰਾਂ ਦੇ ਚਰਨ ਕਮਲ ਪ੍ਰਾਪਤ ਹੋਏ ਹਨ, ਉਹ ਸੰਸਾਰ ਸਮੁੰਦਰ ਤੋਂ ਤਰ ਕੇ ਮੁਕਤੀ ਰੂਪ ਕਿਨਾਰੇ 'ਤੇ ਪਹੁੰਚ ਗਏ ਹਨ। ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ। ਜਿਨ੍ਹਾਂ ਨੂੰ ਪੂਰਨ ਸਤਿਗੁਰੂ ਜੀ ਭੇਟਿਓ ਮਿਲੇ ਹਨ, ਉਹਨਾਂ ਦਾ ਵਾਹਿਗੁਰੂ ਨਾਲ ਸੱਚਾ ਨੇਹ ਪ੍ਰੇਮ ਲੱਗ ਗਿਆ ਹੈ। ਸਾਧ ਤੇਰੇ ਕੀ ਜਾਚਨਾ ਵਿਸਰ ਨ ਸਾਸ ਗਿਰਾਸ। ਹੇ ਸੁਆਮੀ ਪਰਮੇਸ਼ਰ, ਤੁਹਾਡੇ ਸਾਧੂਆਂ ਦੀ ਇਹੋ ਹੀ ਜਾਚਨਾ ਮੰਗ ਹੈ ਕਿ ਸਵਾਸ ਲੈਂਦਿਆਂ ਤੇ ਗਰਾਸ ਗਰਾਹੀ ਕਰਦਿਆਂ, ਭੋਜਨ ਖਾਂਦਿਆਂ ਵੀ ਅੰਤਰਜਾਮੀ ਤੁਸੀਂ ਵਿਸਰੋ ਨਾ, ਭੁੱਲੋ ਨਾ। ਜੋ ਤੁਧ ਭਾਵੈ ਸੋ ਭਲਾ, ਤੇਰੇ ਭਾਣੈ ਕਾਰਜ ਰਾਸ। ਜੋ ਵੀ ਤੁਹਾਨੂੰ ਪਾਉਂਦਾ ਹੈ ਉਹੀ ਭਲਾ ਚੰਗਾ ਹੈ, ਕਿਉਂਕਿ ਤੁਹਾਡੇ ਹੁਕਮ ਵਿੱਚ ਚੱਲਣ ਕਰਕੇ ਭਗਤਾਂ ਦੇ ਪਰਮਾਰਥ ਤੇ ਸੰਸਾਰ ਦੇ ਸਾਰੇ ਕਾਰਜ ਰਾਸ ਠੀਕ ਹੋ ਜਾਂਦੇ ਹਨ, ਰਾਸ ਸਚਾਈ ਵਾਲੇ ਹੁੰਦੇ ਹਨ। ਸੁਖ ਸਾਗਰ ਪ੍ਰੀਤਮ ਮਿਲੇ, ਉਪਜੇ ਮਹਾਂ ਆਨੰਦ। ਜਿਨ੍ਹਾਂ ਨੂੰ ਸੁੱਖਾਂ ਦੇ ਸਾਗਰ ਸਮੁੰਦਰ ਪ੍ਰੀਤਮ ਪਰਮੇਸ਼ਰ ਮਿਲੇ ਹਨ, ਉਹਨਾਂ ਦੇ ਹਿਰਦੇ ਵਿੱਚ ਮਹਾਂ ਵੱਡਾ ਭਾਰੀ ਆਨੰਦ ਭਾਵ ਬ੍ਰਹਮਾਨੰਦ ਉਪਜੇ ਕਹੀਏ ਉਤਪੰਨ ਹੋਇਆ ਹੈ। ਕਹੋ ਨਾਨਕ ਸਭ ਦੁੱਖ ਮਿਟੇ, ਪ੍ਰਭ ਭੇਟੇ ਪਰਮਾਨੰਦ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਗੁਰਾਂ ਦੀ ਕਿਰਪਾ ਨਾਲ ਪਰਮਾਨੰਦ ਪਰਮ ਆਨੰਦ ਭਾਵ ਵੱਡੇ ਆਨੰਦ ਦੇ ਸਰੂਪ ਪ੍ਰਭ ਪਰਮੇਸ਼ਰ ਮਿਲੇ, ਤਾਂ ਸਾਰੇ ਜੰਮਣ ਮਰਨ ਆਦਿ ਦੇ ਦੁੱਖ ਕਸ਼ਟ ਮਿਟ ਗਏ, ਭਾਵ ਨਿਵਰਤ ਹੋ ਗਏ, ਨਾਸ਼ ਹੀ ਹੋ ਗਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।